यूनाइटेड नेशनल वालों साल 2023 ਨੂੰ ਮਿਲਟਸ ਲਈ ਅੰਤਰਰਾਸ਼ਟਰੀ ਸਾਲ ਘੋਸ਼ਿਤ ਕੀਤਾ ਗਿਆ ਹੈ। ਮੂਲ ਅਨਾਜ ਜਾਂ ਮੋਟੇ ਅਨਾਜ ਵਜੋਂ ਜਾਣੇ ਜਾਂਦੇ ਇਹਨਾਂ ਅਨਾਜ ਵਾਲੀਆਂ ਫਸਲਾਂ ਦੀ ਖੇਤੀ ਅਤੇ ਖਪਤਕਾਰਾਂ ਵਿੱਚ ਅਨਾਜ ਦੀ ਵਰਤੋਂ 50 ਦੇ ਦਹਾਕੇ ਵਿੱਚ ਕਾਫੀ ਸੀ, ਪਰ ਹਰੀ ਕ੍ਰਾਂਤੀ ਤੋਂ ਬਾਅਦ ਝੋਨੇ ਦੀ ਖੇਤੀ ਦੇ ਵਧਣ ਕਰਕੇ ਮਿਲਟਸ ਦੀ ਖੇਤੀ ਹੇਠ ਰਕਬਾ ਕਾਫੀ ਘਟ ਗਿਆ। ਸਾਲ 1950 ਵਿੱਚ ਪੰਜਾਬ ਵਿੱਚ ਮਿਲਟਸ ਦੀ ਖੇਤੀ ਹੇਠ ਤਕਰੀਬਨ 11 ਲੱਖ ਹੈਕਟਰ ਰਕਬਾ ਸੀ। ਬਾਜਰਾ, ਜਵਾਰ, ਚਰੀ, ਕੋਦਰਾ, ਕੰਗਣੀ, ਰਾਗੀ, ਸਵਾਂਕੀ ਆਦਿ ਮੂਲ ਜਾਂ ਮੋਟੇ ਅਨਾਜ ਵਜੋਂ ਜਾਣੇ ਜਾਂਦੇ ਨੇ। ਅਸੀਂ ਪਿਛਲੇ 3 ਸਾਲਾਂ ਤੋਂ ਮਿਲਟਸ ਦੀ ਖੇਤੀ ਕਰ ਰਹੇ ਹਾਂ ਤੇ ਜਿਹੜੇ ਮਿਲਟਸ ਦੇ ਵਿੱਚ ਰਵਾਇਤੀ ਪ੍ਰਚਲਿਤ ਤਰੀਕੇ ਸੀਗੇ ਉਹ ਸੀਗਾ ਟਰਾਂਸਪਲਾਂਟਿੰਗ ਦਾ ਸੀਗਾ ਜਾਂ ਬਰੋਡਕਾਸਟਿੰਗ ਦਾ ਸੀਗਾ, ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਛਿੱਟੇ ਰਾਹੀਂ ਜਾਂ ਫਿਰ ਟਰਾਂਸਪਲਾਂਟਿੰਗ ਪਨੀਰੀ ਰਾਹੀਂ। ਲੇਕਿਨ ਜਦੋਂ ਅਸੀਂ ਝੋਨੇ ਤੋਂ ਇੱਧਰ ਨੂੰ ਮੁੜੇ, ਲਗਭਗ ਸਾਡੇ ਕੋਲ 12 ਏਕੜ ਦਾ ਰਕਬਾ ਸੀਗਾ, ਉਹਦੇ ਵਿੱਚ ਸਾਨੂੰ ਇੱਕ ਜਿਹੜੀ ਵੱਡੀ ਸਮੱਸਿਆ ਸੀਗੀ ਉਹ ਸੀਗੀ ਕਿ ਟਰਾਂਸਪਲਾਂਟਿੰਗ ਦੇ ਨਾਲ ਇਹਦਾ ਪੂਰੀ ਤਰ੍ਹਾਂ ਸਾਨੂੰ ਬਦਲ ਨਹੀਂ ਲੱਗਿਆ ਕਿ ਜਿਹੜੀ ਲੇਬਰ ਦੀ ਇੱਕ ਬਹੁਤ ਵੱਡੀ ਮੁਸ਼ਕਿਲ ਸੀਗੀ। ਅਤੇ ਬਾਕੀ ਅਸੀਂ ਸੋਚਿਆ ਵੀ ਇਹਦੇ ਪ੍ਰਚਲਿਤ ਤਰੀਕੇ ਤੋਂ ਥੋੜ੍ਹਾ ਹਟ ਕੇ ਕਰੀਏ, ਜਿਹਦੇ ਵਿੱਚ ਅਸੀਂ ਆਪਣਾ ਹੈਪੀ ਸੀਡਰ ਰਾਹੀਂ ਇਹਦੀ ਸੋਇੰਗ ਕੀਤੀ, ਫਸਟ ਟਾਈਮ ਡਾਇਰੈਕਟ ਸੀਡਿੰਗ ਰਾਹੀਂ। ਅਤੇ ਉਹਦੇ ਵਿੱਚ ਮੁਸ਼ਕਿਲਾਂ ਵੀ ਆਈਆਂ ਕਿਉਂਕਿ ਜਿਹੜੀ ਟੈਂਪਰੇਚਰ ਦੇ ਵਿੱਚ ਉਤਾਰ ਚੜ੍ਹਾਅ, ਜਿੱਦਾਂ ਹੁਣ ਮਈ ਦੇ ਮਹੀਨੇ ਅੱਜ ਤੁਸੀਂ ਆਏ ਹੋ ਅਤੇ ਦੇਖ ਰਹੇ ਹੋ ਕਿ ਕਿੰਨਾ ਜ਼ਿਆਦਾ ਇਹਦੇ ਵਿੱਚ ਵੇਰੀਏਸ਼ਨ ਹੈ ਟੈਂਪਰੇਚਰ ਦੇ ਵਿੱਚ, ਕਾਫੀ ਸਮੱਸਿਆ ਵੀ ਆਈਆਂ। ਲੇਕਿਨ ਅਸੀਂ ਇਸ ਨੂੰ ਆਪਣਾ ਡਾਇਰੈਕਟ ਸੀਡਿੰਗ ਕੀਤੀ। ਉਸ ਤੋਂ ਬਾਅਦ ਜਿਹੜਾ ਇਸ ਨੂੰ ਮੈਨੇਜ ਕਰਨ ਲਈ ਸੀਗਾ ਕਿ ਜਿਹੜੀ ਹੈਂਡ ਪਿਕਿੰਗ ਹੁੰਦੀ ਸੀ ਜਾਂ ਟਰੈਕਟਰਾਂ ਨਾਲ ਗਾਹਿਆ ਜਾਂਦਾ ਸੀਗਾ, ਅਤੇ ਉਹਦੇ ਵਿੱਚ ਅਸੀਂ ਹਾਰਵੈਸਟਰ ਰਾਹੀਂ ਫਿਰ ਕੰਬਾਈਨ ਹਾਰਵੈਸਟਰ ਯੂਜ਼ ਕੀਤਾ। ਉਹਦੇ ਵਿੱਚ ਵੱਖਰੀਆਂ ਸਮੱਸਿਆਵਾਂ ਆਈਆਂ, ਲੇਕਿਨ ਬਹੁਤ ਸਾਰੇ ਫੇਲੀਅਰ ਵੀ ਹੋਏ ਅਤੇ ਕੁਛ ਸਕਸੈਸ ਵੀ ਹੋਈਆਂ ਕਿਉਂਕਿ ਇੰਡਸਟਰੀ ਸਾਰੀ ਐਗਰੀ ਬਿਜ਼ਨਸ ਜਿਹੜਾ ਮਿਲਟਸ ਦਾ ਕਾਫੀ ਅਜੇ ਆਪਣੇ ਖੇਤਰ ਦੇ ਵਿੱਚ ਰੀਸੈਂਟਲੀ ਸ਼ੁਰੂ ਹੋਇਆ। ਅਤੇ ਅਸੀਂ ਲਗਭਗ ਟੋਟਲੀ ਜਿਹੜਾ ਸੀਗਾ ਆਪਣਾ ਜਿਹੜਾ ਕਨਵੈਨਸ਼ਨਲ ਤਰੀਕਾ ਸੀਗਾ, ਆਪਣੀ ਕਨਵੈਨਸ਼ਨਲ ਖੇਤੀ, ਆਪਣਾ ਝੋਨਾ ਅਤੇ ਕਣਕ, ਉਹ ਤੋਂ ਹਟ ਕੇ ਅਸੀਂ ਇਸ ਨੂੰ ਸ਼ੁਰੂ ਕੀਤਾ। ਅਤੇ ਇਹਦੇ ਵਿੱਚ ਜਿਹੜੀ ਮਸ਼ੀਨਰੀ ਦੀ ਡਿਵੈਲਪਮੈਂਟ ਹੈ, R&D ਵੀ ਬਿਲਕੁਲ ਨਹੀਂ ਹੋਈ ਸੀਗੀ। ਅਤੇ ਜਿਹੜੇ ਸਾਡੇ ਮੌਜੂਦਾ ਸੰਦ ਸੀਗੇ ਅਸੀਂ ਉਹਨਾਂ ਨੂੰ ਇਹ ਥੋੜ੍ਹਾ ਬਹੁਤਾ ਐਡਜਸਟਮੈਂਟ ਕਰਕੇ ਇਹਦੇ ਵਿੱਚ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਛ ਹੱਦ ਤੱਕ ਸਫਲਤਾ ਵੀ ਮਿਲੀ, ਲੇਕਿਨ ਸਟਰਗਲ ਚੱਲ ਰਹੀ ਹੈ ਅਜੇ ਵੀ ਅਤੇ ਚੱਲ ਰਹੀ ਹੈ। ਅਤੇ ਬਟ ਉਹਦੇ ਵਿੱਚ ਜਦੋਂ ਅਸੀਂ ਕੋਈ ਮੋਡੀਫਿਕੇਸ਼ਨ ਕਰਦੇ ਹਾਂ ਅਤੇ ਕੁਛ ਆਲੇ ਦੁਆਲੇ ਦੋਸਤਾਂ ਮਿੱਤਰਾਂ ਨਾਲ ਸਲਾਹ ਕਰ ਲੈਂਦੇ ਹਾਂ ਅਤੇ ਉਹਦੇ 'ਚ ਕੁਛ ਨਾ ਕੁਛ ਵਿਕਲਪ ਲੱਭ ਜਾਂਦਾ ਹਾਂ, ਲੇਕਿਨ ਰੈਡੀਮੇਡ ਕੁਝ ਨਹੀਂ ਹੈ, ਚਾਹੇ ਇਹਦੀ ਪ੍ਰੋਸੈਸਿੰਗ ਤਾਂ। ਉਸ ਤੋਂ ਬਾਅਦ ਜਦੋਂ ਅਸੀਂ ਇਹਦੀ ਹਾਰਵੈਸਟਿੰਗ ਕਰ ਲਈ ਅਤੇ ਨੈਕਸਟ ਇਹ ਸੀਗਾ ਕਿ ਵੀ ਇਹਨੂੰ ਅੱਗੇ ਕੀਤਾ ਕੀ ਜਾਵੇ। ਅਤੇ ਆਪਣੇ ਪੰਜਾਬ ਦੇ ਵਿੱਚ ਕੋਈ ਪ੍ਰੋਸੈਸਿੰਗ ਫੈਸਿਲਿਟੀ ਹੈ ਨਹੀਂ ਸੀਗੀ ਅਤੇ ਇੰਡਸਟਰੀ ਬਿਲਕੁਲ ਅਨਟੱਚ ਸੀਗੀ। ਅਤੇ ਇੱਦਾਂ ਫਿਰ ਅਸੀਂ ਇਹਦਾ ਕੋਈ ਹੱਲ ਨਾ ਹੋਣ ਕਰਕੇ ਅਸੀਂ ਆਪਣੀ ਪ੍ਰੋਸੈਸਿੰਗ ਫੈਸਿਲਿਟੀ ਵੀ ਇਸਟੈਬਲਿਸ਼ ਕੀਤੀ ਪਿੰਡ ਦੇ ਵਿੱਚ, ਅਤੇ ਜਿਹਦੇ ਵਿੱਚ ਪਹਿਲਾਂ ਤਾਂ ਸਾਡਾ ਇਹੀ ਸੀਗਾ ਕਿ ਜਿੰਨਾ ਕੁ ਸਾਡਾ ਪ੍ਰੋਡਿਊਸ ਹੋਊਗਾ ਉਹਨੂੰ ਅਸੀਂ ਪ੍ਰੋਸੈਸ ਕਰਦੇ ਰਹਾਂਗੇ। ਲੇਕਿਨ ਆਪਣੇ ਸਾਰੇ ਮਾਲਵੇ ਦੇ ਵਿੱਚ ਜਾਂ ਲਗਭਗ ਦੁਆਬੇ ਦੇ ਵਿੱਚ ਵੀ ਕੋਈ ਨਾ ਹੋਣ ਕਰਕੇ ਪ੍ਰੋਸੈਸਿੰਗ ਫੈਸਿਲਿਟੀ ਅਸੀਂ ਬਾਕੀ ਦੇ ਫਾਰਮਰ ਜਿਹੜੇ ਕਿ ਆਪਣੇ ਲੈਵਲ 'ਤੇ ਮਿਲਟਸ ਕਰਦੇ ਸੀ, ਅਸੀਂ ਉਹਨਾਂ ਨੂੰ ਵੀ ਸਰਵਿਸਿਜ਼ ਆਪਣੀਆਂ ਪ੍ਰੋਵਾਈਡ ਕੀਤੀਆਂ ਕਿ ਉਹਨਾਂ ਦੇ ਮਿਲਟਸ ਵੀ ਅਸੀਂ ਪ੍ਰੋਸੈਸ ਕਰਦੇ ਰਹੇ। ਅਤੇ ਨਾਲ ਅਸੀਂ ਮਤਲਬ ਕਿ PAU ਨਾਲ ਵੀ ਜੁੜੇ, ਖੇਤੀ ਵਿਰਾਸਤ ਮਿਸ਼ਨ ਨਾਲ ਵੀ ਜੁੜੇ ਅਤੇ ਆਪਣਾ IIMR ਨਾਲ ਵੀ ਜੁੜੇ ਕਿ ਜਿੱਥੇ ਸਾਨੂੰ ਥੋੜ੍ਹਾ ਬਹੁਤ ਤਕਨੀਕੀ ਜਾਂ ਕਿਸੇ ਵੀ ਤਰ੍ਹਾਂ ਦੀਆਂ ਗਵਰਨਮੈਂਟ ਸਕੀਮਸ ਨੇ ਜਾਂ ਉਹਦੇ ਵਿੱਚ ਕੋਈ ਅੰਡਰਸਟੈਂਡਿੰਗ ਮਿਲਦੀ ਹੈ ਜਾਂ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ ਉਹਦੇ ਬਾਰੇ ਵੀ ਸਮਝ ਰਹੇ। ਅਤੇ ਨਾਲ ਇਹਦੇ ਵਿੱਚ ਕੋਈ ਮਾਰਕੀਟ ਵੱਡੀ ਹੈ ਨਹੀਂ ਸੀਗੀ। ਅਤੇ ਇੱਕ ਜਿਹੜੀ ਮਿਲਟਸ ਦੀ ਮਾਰਕੀਟ ਹੈ ਪੰਜਾਬ ਦੇ ਵਿੱਚ, ਉਹ ਸਾਰਾ ਜ਼ਿਆਦਾਤਰ ਜਿਹੜਾ ਅਨਾਜ ਹੈ ਉਹ ਬਾਹਰੋਂ ਆਉਂਦਾ ਦੂਸਰੇ ਸੂਬਿਆਂ ਦੇ ਵਿੱਚੋਂ। ਇਹ ਇੱਕ ਬਰਤਾਂਤ ਰਚਿਆ ਜਾ ਰਿਹਾ ਕਿ ਸਾਰੇ ਮਿਲਟਸ ਉਗਾਓ, ਖੇਤੀ ਦਾ ਬਦਲ ਨਾ, ਅਤੇ ਕਿਸੇ ਗਾਹਕ ਨੂੰ ਇਹਦੀ ਅਵੇਅਰਨੈਸ ਹੈ ਜ਼ਿਆਦਾਤਰ ਉਹ ਵੀ ਸੋਰਸ ਨਹੀਂ ਪੁੱਛਦੇ। ਜਿਹੜੀ ਇੱਕ ਕਨਸੈਪਟ ਹੈ ਕਿ ਵੀ ਸਸਤਾ ਮਿਲਟ ਮਿਲ ਜੇ ਕਿਤੋਂ, ਜਿਹੜੀ ਇੱਕ ਆਪਣੀ ਟ੍ਰੈਜਡੀ ਹੈ ਕਿ ਅਸੀਂ ਆਪਦੇ ਵਿੱਚ ਮਿਨੀਮਮ ਇਨਵੈਸਟਮੈਂਟ ਕਰਦੇ ਹਾਂ, ਆਪਣੇ ਭੋਜਨ ਦੇ ਵਿੱਚ ਮਿਨੀਮਮ ਇਨਵੈਸਟਮੈਂਟ ਕਰਦੇ ਹਾਂ, ਬਾਕੀ ਨਾ ਆਪਾਂ ਉਹਦੀ ਸੋਰਸ ਦੇਖਦੇ ਹਾਂ। ਜਿਹੜਾ ਸਾਡਾ ਕੰਪੈਰੀਜ਼ਨ ਹੈ ਮਿਲਟਸ ਉਗਾਉਣ ਦਾ ਜਾਂ ਆਪਣੀ ਐਗਰੀ ਪ੍ਰੈਕਟਿਸਿਸ ਨੇ, ਜੇਕਰ ਅਸੀਂ ਆਪਣਾ ਉੱਥੇ ਕੋਈ ਲੈਵਲ ਪਲੇਇੰਗ ਨਹੀਂ ਲੈ ਕੇ ਆਉਂਦੇ, ਜਿਹੜਾ ਇੱਕ ਐਗਜ਼ਿਸਟਿੰਗ ਢਾਂਚਾ ਹੈ ਕਨਵੈਨਸ਼ਨਲ ਖੇਤੀ ਦਾ, ਅਤੇ ਉਦੋਂ ਤੱਕ ਇਹ ਮੁਸ਼ਕਿਲਾਂ ਜਾਰੀ ਰਹਿਣਗੀਆਂ ਅਤੇ ਨਾਲ ਕੋਈ ਕੰਡਿਊਸਿਵ ਇਨਵਾਇਰਮੈਂਟ ਨਹੀਂ। ਅਸੀਂ ਸ਼ੁਰੂਆਤ ਤੋਂ ਲੈ ਕੇ ਮਤਲਬ ਮਿਲਟ ਦੀ ਖੇਤੀ ਤੋਂ ਲੈ ਕੇ ਇਸ ਦੀ ਪੈਕੇਜਿੰਗ ਜਾਂ ਇਸ ਦੀ ਵਿਕਰੀ ਤੱਕ ਕੰਮ ਕਰਨ ਨੂੰ ਪਹਿਲ ਦਿੱਤੀ ਹੈਗੀ, ਤਾਂ ਕਿ ਜਿਹੜੇ ਸਾਡੇ ਕਿਸਾਨ ਨੇਗੇ
ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੀ ਕੋਈ ਇੱਕ ਉਦਾਹਰਨ ਦੇ ਸਕੀਏ, ਜਿੱਦਾਂ ਕਿ ਅਸੀਂ ਮੰਡੀਆਂ ਦੇ ਵਿੱਚ ਵੇਚ ਕੇ ਆਉਂਦੇ ਹਾਂ, ਉਹਦੀ ਵੇਚਣ ਦੀ ਬਜਾਏ ਉਹ ਖੁਦ ਮਾਰਕੀਟਿੰਗ ਕਰਕੇ, ਉਹਦੀ ਖੁਦ ਪ੍ਰੋਸੈਸਿੰਗ ਕਰਕੇ ਉਹਨੂੰ ਵੇਚ ਸਕਣ, ਤਾਂ ਕਿ ਉਹ ਵੱਧ ਮੁਨਾਫਾ ਕਮਾ ਸਕਣ। ਕਿਉਂਕਿ ਜੋ ਸਾਡਾ ਝੋਨੇ ਦੇ ਬਰਾਬਰ ਦਾ ਸਾਡਾ ਜਿਹੜੀ ਆਰਥਿਕਤਾ ਨੂੰ ਲੈ ਕੇ ਸਾਡੇ ਕੋਲ ਇੱਕ ਹੈ, ਉਹਦੀ ਇੱਕ ਕੀਮਤ ਸੈੱਟ ਹੋਈ ਹੈਗੀ, ਝੋਨੇ ਤੋਂ ਸਾਨੂੰ ਵੱਧ ਆਮਦਨ ਹੁੰਦੀ ਆ, ਉਹਦੇ ਤੱਕ ਅਸੀਂ ਹੋਰ ਵੰਨਗੀਆਂ ਨੂੰ, ਸਾਡੀ ਖੇਤੀਬਾੜੀ ਦੀਆਂ ਨੂੰ ਕਿਸ ਤਰ੍ਹਾਂ ਲੈ ਕੇ ਚੱਲੀਏ। ਜੇ ਅਸੀਂ ਮਿਲਟ ਦੀ ਗੱਲ ਕਰੀਏ, ਅਸੀਂ ਮਿਲਟ ਨੂੰ ਵੀ ਇਸੇ ਉਪਰਾਲੇ ਅਧੀਨ ਲੈ ਕੇ ਚੱਲੇ ਆਂਗੇ, ਤਾਂ ਕਿ ਅਸੀਂ ਉਹਨੂੰ ਵੱਧ ਤੋਂ ਵੱਧ ਮੁਨਾਫੇ ਵਾਲਾ ਧੰਦਾ ਬਣਾਉਣ ਦੀ ਕੋਸ਼ਿਸ਼ ਕਰ ਸਕੀਏ। ਇੱਕ ਸਾਡਾ ਹੋਰ ਵੀ ਜਿਹੜਾ ਏਜੰਡਾ ਸੀਗਾ ਉਹ ਇਹ ਸੀਗਾ ਕਿ ਅਸੀਂ ਜ਼ਹਿਰ ਮੁਕਤ ਖੇਤੀ ਕਰਨੀ ਆ, ਹਵਾ ਨੂੰ ਸ਼ੁੱਧ ਕਰਨਾ ਗਾ, ਪਾਣੀ ਦੀ ਜਿੰਨੀ ਹੋ ਸਕੇ ਬਚਤ ਕਰਨੀ ਹੈਗੀ। ਉਹ ਸਿਰਫ ਤੇ ਸਿਰਫ ਮਿਲਟ ਹੀ ਨੇਗੇ ਜਿਹੜੇ ਝੋਨੇ ਦੇ ਸੀਜ਼ਨ ਦੇ ਵਿੱਚ ਉਗਾਏ ਜਾ ਸਕਦੇ ਨੇ, ਕਿਉਂਕਿ ਇਹਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਬਰਸਾਤਾਂ ਦੇ ਪਾਣੀ ਨਾਲ ਹੀ ਇਹ ਹੋ ਜਾਂਦਾ ਗਾ। ਅਤੇ ਇਹਦੀਆਂ ਅਲੱਗ-ਅਲੱਗ ਖੇਤੀ ਦੀਆਂ ਪ੍ਰੈਕਟਿਸਿਸ ਨੇ ਜਿਹੜੀਆਂ ਉਹ ਕਰਦੇ ਆਂਗੇ। ਪਹਿਲਾਂ ਰਵਾਇਤੀ ਤਰੀਕੇ ਹੋਰ ਸੀਗੇ, ਜੇ ਅਸੀਂ ਇਹਨੂੰ ਝੋਨੇ ਦੇ ਬਰਾਬਰ ਲੈ ਕੇ ਜਾਣਾ ਗਾ ਤਾਂ ਸਾਨੂੰ ਥੋੜ੍ਹਾ ਜਿਹਾ ਉਹਨਾਂ ਤੋਂ ਉੱਪਰ ਉੱਠ ਕੇ, ਜਾਂ ਸਾਡੇ ਕੋਲ ਜਿੰਨੇ ਵੀ ਢਾਂਚੇ ਨੇਗੇ ਬਣੇ ਹੋਏ ਨੇ ਇਸ ਵਕਤ ਸਾਡੇ ਕੋਲ ਮੌਜੂਦ ਨੇਗੇ, ਅਸੀਂ ਉਹਨਾਂ ਦੀ ਵਰਤੋਂ ਕਰਨੀ ਹੈਗੀ, ਤਾਂ ਕਿ ਕਿਸਾਨਾਂ ਦੇ ਉੱਪਰ ਉਸ ਤਰ੍ਹਾਂ ਦਾ ਭਾਰ ਨਾ ਪੈ ਸਕੇ। ਜਿਸ ਤਰ੍ਹਾਂ ਹਰ ਸਾਲ ਸਾਡੇ ਕੋਲ ਕਦੇ ਸਾਡੇ ਕੋਲ ਹੈਪੀ ਸੀਡਰ ਜਾਂ ਸੁਪਰ ਸੀਡਰ, ਸਾਡੇ ਕੋਲ ਲੱਖਾਂ, 1.5 2 ਲੱਖ ਦੀ ਇੱਕ ਨਵੀਂ ਮਸ਼ੀਨਰੀ ਹਰ ਸਾਲ ਲਾਂਚ ਹੋ ਜਾਂਦੀ ਹੈਗੀ। ਇਸ ਖੇਤੀ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਸਾਨੂੰ ਜ਼ਿਆਦਾ ਜ਼ਰੂਰਤ ਨਾ ਪਵੇ। ਸਾਡੇ ਕੋਲ ਜਿਹੜਾ ਮੌਜੂਦਾ ਢਾਂਚਾ ਉਹਨੂੰ ਵਰਤ ਕੇ ਅਸੀਂ ਜਿਹੜੀ ਸਾਡੀ ਖੇਤੀ ਹੈਗੀ ਉਹਨੂੰ ਅਸੀਂ ਅੱਗੇ ਲੈ ਜਾ ਸਕੀਏ। ਦੂਸਰਾ, ਇਸ 'ਤੇ ਜਿਹੜੀ ਸਾਡੀਆਂ ਦਵਾਈਆਂ ਨੇ, ਸਪਰੇਹਾਂ ਨੇਗੀਆਂ, ਉਹਦੀ ਬਿਲਕੁਲ ਵਰਤੋਂ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਅਸੀਂ ਬਿਲਕੁਲ ਵੀ ਨਹੀਂ ਕਰਦੇ ਹੈਗੇ। ਅਸੀਂ ਇਹਨੂੰ ਕੁਦਰਤੀ ਤਰੀਕੇ ਨਾਲ ਜਿੰਨਾ ਹੋ ਸਕੇ ਅਸੀਂ ਕੋਸ਼ਿਸ਼ ਕਰਦੇ ਆਂਗੇ। ਧਰਤੀ ਨਾਲ ਨਾ ਛੇੜਛਾੜ ਕੀਤੀ ਜਾਵੇ। ਜਿੰਨੇ ਵੀ ਧਰਤੀ ਦੇ ਵਿੱਚ ਮੌਜੂਦ ਤੱਤ ਨੇਗੇ ਉਹਨਾਂ ਦੀ ਅਸੀਂ ਵਰਤੋਂ ਕਰੀਏ। ਮੈਂ ਆਪਣੀ ਪੜ੍ਹਾਈ ਦੇ ਵਿੱਚ ਗ੍ਰੈਜੂਏਸ਼ਨ ਪਾਸ ਆਊਟ ਹਾਂ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਵੇਂ ਕਿ ਜ਼ਿਮੀਂਦਾਰਾਂ ਦੇ ਮੁੰਡੇ ਖੇਤੀ ਵੱਲ ਹੀ ਆਉਂਦੇ ਨੇ, ਮੈਂ ਵੀ ਇੱਕ ਖੇਤੀ ਵੱਲ ਹੀ ਆਇਆ ਹੈ ਨਾ, ਅਤੇ ਉਹਦੇ ਵਿੱਚ ਦੇਖਿਆ ਵੀ ਕਿਵੇਂ ਅੱਗਾਂ ਲੱਗ ਰਹੀਆਂ ਨੇ, ਕਿਵੇਂ ਕਿੰਨਾ ਕੁ ਕੈਮੀਕਲ ਪੈ ਰਿਹਾ ਹੈਗਾ। ਇਹਨੂੰ ਦੇਖਦੇ ਹੋਏ ਅੱਜ ਤੋਂ 3 ਸਾਲ ਪਹਿਲਾਂ ਅਸੀਂ ਕੈਮੀਕਲ ਫ੍ਰੀ ਖੇਤੀ ਕਰਨ ਲੱਗੇ। ਉਹਦੇ ਵਿੱਚ ਅਸੀਂ ਮਿਲਟ ਦੇ ਵੱਲ ਆਏ। ਅੱਜ ਤੋਂ 3 ਸਾਲ ਪਹਿਲਾਂ ਮਿਲਟ ਕਰਨ ਲੱਗੇ, ਕਿਉਂਕਿ ਕੈਮੀਕਲ ਫ੍ਰੀ ਆਪਾਂ ਜਦੋਂ ਖੇਤੀ ਕਰਦੇ ਹੈਗੇ ਉਹਦੇ ਵਿੱਚ ਵੀ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇਗੀਆਂ। ਅਤੇ ਅਸੀਂ ਦੇਖਦੇ ਹੋਏ, ਪਾਣੀ ਨੂੰ ਦੇਖਦੇ ਹੋਏ, ਵਾਤਾਵਰਨ ਨੂੰ ਦੇਖਦੇ ਹੋਏ ਅਤੇ ਆਪਣੀਆਂ ਮਿੱਟੀਆਂ ਨੂੰ ਦੇਖਦੇ ਹੋਏ ਅਸੀਂ ਮਿਲਟ ਵੱਲ ਆਏ। ਮਿਲਟ ਵੱਲ ਆਉਣ ਤੋਂ ਬਾਅਦ ਅਸੀਂ ਖੇਤੀ ਕਰਨ ਲੱਗੇ, ਮਿਲਟ ਦੀ ਖੇਤੀ ਕਰਨ ਲੱਗੇ। ਇਹ 'ਚ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਜਿਵੇਂ ਕਿ ਇਹਦੀ ਬਿਜਾਈ ਦਾ ਸਮਾਂ, ਇਹਦੀ ਪ੍ਰੋਸੈਸਿੰਗ ਦਾ, ਅਤੇ ਪ੍ਰੋਸੈਸਿੰਗ ਤੋਂ ਬਾਅਦ ਇਹਦੀ ਹਾਰਵੈਸਟਿੰਗ ਦਾ ਬਹੁਤ ਸਾਰੇ ਚੈਲੰਜ ਆਉਂਦੇ ਰਹੇ, ਜਿਨ੍ਹਾਂ ਨੂੰ ਅਸੀਂ ਟਾਈਮ ਟੂ ਟਾਈਮ ਅਸੀਂ ਕਲੀਅਰ ਕਰਦੇ ਰਹੇ। ਅਤੇ ਅਸੀਂ ਇਹਦਾ ਸਾਰਿਆਂ ਨੂੰ ਵੱਡਾ ਇਸ਼ੂ ਸੀਗਾ ਪ੍ਰੋਸੈਸਿੰਗ ਦਾ। 2021 ਦੇ ਵਿੱਚ ਅਸੀਂ ਆਪਦੀ ਪ੍ਰੋਸੈਸਿੰਗ ਯੂਨਿਟ ਤਾਮਿਲਨਾਡੂ ਤੋਂ ਸਾਊਥ 'ਚੋਂ ਆਰਡਰ ਕੀਤੀ ਅਤੇ ਆਪਦੀ ਪ੍ਰੋਸੈਸਿੰਗ ਯੂਨਿਟ ਤਿਆਰ ਕੀਤੀ ਅਤੇ ਲਾਈ। ਅਤੇ ਹੁਣ ਅੱਜ ਦੇ ਟਾਈਮ ਅਸੀਂ ਪੂਰੇ ਪੰਜਾਬ ਦਾ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਤੱਕ ਦਾ ਅਸੀਂ ਆਪਣੀ ਰਾਜਪੁਰੇ ਦੀ ਯੂਨਿਟ ਵਿੱਚ ਮਿਲਟ ਪ੍ਰੋਸੈਸ ਕਰ ਰਹੇ ਹੈਗੇ। ਅਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਮਿਲਟ ਦਾ ਕੰਮ ਵਧਾ ਰਹੇ ਹਾਂ ਅਤੇ ਇਹਦੀ ਖੇਤੀ ਕਰ ਰਹੇ ਹੈਗੇ। ਹੁਣ ਜਿੱਦਾਂ ਅਪ੍ਰੈਲ ਮਈ ਦਾ ਮਹੀਨਾ ਚੱਲ ਰਿਹਾ ਹੈਗਾ, ਹੁਣ ਇਹਦੀ ਬਿਜਾਈ ਦਾ ਕੰਮ ਚੱਲ ਰਿਹਾ ਹੈਗਾ। ਅਤੇ ਇਹਦੇ ਵਿੱਚ ਸਾਰਿਆਂ ਨੂੰ ਵੱਧ ਫਾਇਦਾ ਆਪਾਂ ਨੂੰ ਪੰਜਾਬ ਨੂੰ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜੀ ਇਹਨੂੰ ਪਾਣੀ ਦੀ, ਮਿਲਟ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈਗੀ। ਇਹ ਹੁੰਦੇ ਨੇ ਜੀਰੀ ਦੇ ਟਾਈਮ 'ਤੇ ਇਹ ਲੱਗਦੇ ਨੇਗੇ, ਅਤੇ ਲਾ ਲਓ ਵੀ ਜੇ ਆਪਾਂ ਜੀਰੀ ਲਾਉਣੇ ਹੈਗੇ ਤਾਂ ਡੇਲੀ ਆਪਣੀ 8 ਘੰਟੇ ਮੋਟਰ ਚੱਲਦੀ ਹੈਗੀ। ਪਰ ਇਹ ਜੀਰੀ ਦੇ ਜਗ੍ਹਾ 'ਤੇ ਮਿਲਟ ਲਾਏ ਜਾਣ ਤਾਂ ਇਹਦੀ ਪਾਣੀ ਦੀ ਖਪਤ ਜੀਰੀ ਦੇ ਮੁਕਾਬਲੇ ਸਿਰਫ 10% ਹੀ ਹੈਗੀ, ਕਿਉਂਕਿ ਇਹਨੂੰ 2 ਤੋਂ 3 ਪਾਣੀ ਲੱਗਦੇ ਨੇ। ਜੇ ਮੀਂਹ ਪੈਂਦੇ ਰਹਿਣ ਤਾਂ 2 ਤੋਂ 3 ਲੱਗਦੇ ਨੇ, ਉਹ ਮੀਂਹ ਦੇ ਜੇ ਘੱਟ ਹੋਣ ਤਾਂ 4 ਵੀ ਪਾਣੀ ਲੱਗ ਜਾਂਦੇ ਨੇ, ਇਦੋਂ ਵੱਧ ਪਾਣੀ ਨਹੀਂ ਲੱਗਦੇ। ਅਤੇ ਇਹਦੇ ਵਿੱਚ ਇਹਨੂੰ ਇਹਦੀ ਜਦੋਂ ਹਾਰਵੈਸਟਿੰਗ ਕਰਦੇ ਹਾਂ ਇਹਦੀ ਰਹਿੰਦ ਖੂੰਹਦ ਬਹੁਤ ਘੱਟ ਹੁੰਦੀ ਹੈਗੀ, ਜਿਹਨੂੰ ਅਸੀਂ ਆਪਣੀ ਹਰੀ ਖਾਦ ਦੇ ਤੌਰ 'ਤੇ ਅਸੀਂ ਆਪਦੇ ਖੇਤ ਦੇ ਵਿੱਚ ਹੀ ਵਰਤਦੇ ਹੈਗੇ। ਅਤੇ ਮਿਲਟ ਇੱਕ ਫਸਲਾਂ ਖੇਤਾਂ ਵਾਸਤੇ ਤਾਂ ਚੰਗਾ ਹੈਗੀ ਹੈਗਾ, ਪਰ ਇਹ ਆਪਣੀ ਸਿਹਤ ਵਾਸਤੇ ਵੀ ਬਹੁਤ ਚੰਗਾ ਹੈਗਾ। ਜਦੋਂ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਇਹ ਸਿਹਤ ਵਾਸਤੇ ਅਤੇ ਆਪਣੇ ਖੇਤਾਂ ਵਾਸਤੇ ਚੰਗਾ, ਅਸੀਂ ਪੂਰਨ ਤੌਰ 'ਤੇ ਅਸੀਂ ਮਿਲਟ ਵੱਲ ਆ ਗਏ। ਅਸੀਂ ਅੱਜ ਦੇ ਟਾਈਮ 12 ਤੋਂ 13 ਏਕੜ ਮਿਲਟ ਦੀ ਖੇਤੀ ਕਰ ਰਹੇ ਹੈਗੇ, ਅਤੇ ਹੁਣ ਵੀ ਬਿਜਾਈ ਚੱਲ ਰਹੀ ਹੈਗੀ।
ਸੌਣੀ ਰੁੱਤ ਵਿੱਚ ਬੀਜੀਆਂ ਜਾਣ ਵਾਲੀਆਂ ਇਹਨਾਂ ਫਸਲਾਂ ਨੂੰ ਬੇਹੱਦ ਘੱਟ ਪਾਣੀ ਚਾਹੀਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਵਿਸਰ ਚੁੱਕੀਆਂ ਫਸਲਾਂ ਦੀ ਖੇਤੀ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਮਕਸਦ, ਜਿੱਥੇ ਇਹਨਾਂ ਫਸਲਾਂ ਦੀ ਕਾਸ਼ ਲਈ ਘੱਟ ਪਾਣੀ ਅਤੇ ਹੋਰ ਕੁਦਰਤੀ ਵਸੀਲਿਆਂ ਦੀ ਜ਼ਰੂਰਤ ਹੈ, ਉੱਥੇ ਇਹਨਾਂ ਫਸਲਾਂ ਦੀ ਭਰਪੂਰ ਖੁਰਾਕੀ ਮਦਦ ਵੀ ਹੈ। ਮਾਹਿਰਾਂ ਅਨੁਸਾਰ ਝੋਨੇ ਦੀ ਫਸਲ ਦੀ ਕਾਸ਼ ਕਰਕੇ ਧਰਤੀ ਹੇਠਲਾ ਪਾਣੀ ਤਕਰੀਬਨ 50 ਸੈਂਟੀਮੀਟਰ ਦੀ ਰਫ਼ਤਾਰ ਨਾਲ ਹਰ ਸਾਲ ਥੱਲੇ ਜਾ ਰਿਹਾ ਹੈ। ਇਸੇ ਕਰਕੇ ਮੂਲ ਅਨਾਜ ਜਾਂ ਮੋਟੇ ਅਨਾਜਾਂ ਨੂੰ ਸਾਨੂੰ ਆਪਣੀ ਖੇਤੀ 'ਚ ਸ਼ਾਮਲ ਕਰਨ ਲਈ ਕਿਹਾ ਜਾ ਰਿਹਾ ਹੈ। ਜਿੱਥੇ ਤੱਕ ਇੱਥੇ ਕੰਜ਼ਿਊਮਰ ਦੀ ਅਵੇਅਰਨੈਸ ਬਹੁਤ ਘੱਟ ਸੀਗੀ ਇਨ ਕੇਸ ਕਿ ਵੀ ਇਹਨੂੰ ਪੰਜਾਬ ਗਰੋਨ ਪ੍ਰੋਡਕਟ ਉਹ 'ਤੇ ਸਿਰਫ ਇੱਕ ਚੀਪ ਜਾਂ ਫਿਰ ਜਿੱਥੇ ਵੀ ਉਹਨਾਂ ਨੂੰ ਬੈਟਰ ਵੈਲਿਊ ਮਿਲਦੀ ਹੈ ਇਨ ਟਰਮਸ ਆਫ ਮੋਨਿਟਰੀ ਵੈਲਿਊ ਮਿਲਦੀ ਹੈ ਉਹਦੇ ਵਿੱਚ ਜ਼ਿਆਦਾ ਇੰਟਰਸਟ ਸੀਗਾ। ਅਤੇ ਪੰਜਾਬ ਦੇ ਵਿੱਚ ਜੇ ਅਸੀਂ ਇਹਨੂੰ ਮੈਚ ਕਰਦੇ ਝੋਨੇ ਅਤੇ ਕਣਕ ਲਈ ਇੱਕ ਬੜੀ ਮੁਸ਼ਕਿਲ ਗੱਲ ਸੀਗੀ। ਜਦੋਂ ਕਿ ਅਸੀਂ ਕਿਤੇ ਮਿਲਟ ਉਗਾ ਲੈਂਦੇ ਹਾਂ ਅਤੇ ਜਿਹੜੀ ਉਹਦੀ ਫੋਲੋ ਔਨ ਕ੍ਰੌਪ ਹੈ ਇਹ ਵੀ ਹੈ ਨਹੀਂ ਕਿ ਅਸੀਂ ਮਿਲਟ ਉਗਾ ਲਈਏ ਅਤੇ ਜਿਹੜੀ ਉਹਦੀ ਫੋਲੋ ਔਨ ਕ੍ਰੌਪ ਹੈ ਜਿੱਦਾਂ ਪੰਜਾਬ ਦੇ ਵਿੱਚ ਸਾਈਕਲ ਆਪਣਾ ਕਣਕ ਦਾ ਹੈ ਅਤੇ ਉਹ ਕਣਕ ਵੀ ਸਟਰਗਲ ਕਰਦੀ ਹੈ ਅਨਲੈਸ ਉਹਦੇ 'ਚ ਅਸੀਂ ਕਾਫੀ ਜ਼ਿਆਦਾ ਸਿੰਥੈਟਿਕ ਇਨਪੁੱਟ ਪਾਉਂਦੇ ਹਾਂ ਉਹਨੂੰ ਨਾਲ ਰਲਾਉਣ ਦੀ, ਬਿਕੋਜ਼ ਜਿਹੜੇ ਮਿਨਰਲਸ ਨੇ ਧਰਤੀ ਦੇ ਵਿੱਚ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਵਿਡਰੋਨ ਕੀਤੇ ਜਾਂਦੇ ਨੇ ਇਸ ਖੇਤੀ ਰਾਹੀਂ। ਅਤੇ ਉਹਨੂੰ ਰੀਚਾਰਜ ਕਰਨ ਲਈ ਅਸੀਂ ਆਪਣਾ ਲੂਸਣ ਜਿਹੜਾ ਹੈ ਉਹ ਇਸਕੀ 12 ਏਕੜ ਕੀਤਾ ਸੀਗਾ ਕਿ ਸੋਇਲ ਹੈਲਥ ਵੀ ਇੰਪਰੂਵ ਹੋ ਸਕੇ। ਲੇਕਿਨ ਇਹ ਪ੍ਰੈਕਟਿਸਿਸ ਨੇ ਜਿਹੜੀਆਂ ਕਾਫੀ ਲੇਬਰ ਇੰਟੈਂਸ ਨੇ ਅਤੇ ਇਹ ਜਿਹੜੇ ਕਿ ਮੈਂ ਗੱਲ ਕਰ ਰਹੀ ਕੰਡਿਊਸਿਵ ਇਨਵਾਇਰਮੈਂਟ ਦੀ ਉਹ 'ਚ ਬੜੀ ਮੁਸ਼ਕਿਲ ਆਉਂਦੀ ਹੈ। ਅਤੇ ਜਿਹੜਾ ਆਪਾਂ ਸਾਰਿਆਂ ਨੂੰ ਇਹ ਸੁਨੇਹਾ ਦਿੰਦੇ ਕਿ ਵੀ ਸਾਰੇ ਮਿਲਟ ਮੈਂ ਕਹਿੰਦਾ ਬਿਲਕੁਲ ਲਗਾਉਣੇ ਚਾਹੀਦੇ ਨੇ, ਜਾਂ ਫਿਰ ਇਹਦਾ ਜਦ ਤੱਕ ਕੋਈ ਮਾਰਕੀਟ ਨਹੀਂ ਡਿਵੈਲਪ ਹੁੰਦੀ ਅਤੇ ਉਦੋਂ ਤੱਕ ਮੁਸ਼ਕਿਲਾਂ ਆਉਣਗੀਆਂ। ਅਸੀਂ ਇਸ ਨੂੰ ਟੈਕਲ ਕਰਨ ਲਈ ਚਲੋ ਸਾਡੇ ਕੋਲ ਥੋੜ੍ਹੇ ਜਿਹੇ ਰਿਸੋਰਸ ਸੀਗੇ, ਸਾਡੇ ਕੋਲ ਹਿਊਮਨ ਰਿਸੋਰਸਿਸ ਸੀਗੇ। ਅਸੀਂ ਚਾਰ ਦੋਸਤਾਂ ਦੀ ਟੀਮ ਹੈ ਜਿਹੜੇ ਕਿ ਰਲ ਕੇ ਕੰਮ ਕਰਦੇ ਹਾਂ। ਅਤੇ ਇਸ ਦੇ ਵਿੱਚ ਕੀ ਸੀਗਾ ਕਿ ਲੋਕਲ ਮਾਰਕੀਟ ਦੇ ਵਿੱਚ ਜੇ ਤੁਸੀਂ ਕੁਆਲਿਟੀ 'ਤੇ ਕੰਮ ਕਰਦੇ ਹੋ ਅਤੇ ਉਹਦੀ ਰਾਈਟ ਵੈਲਿਊ ਨਾ ਮਿਲਣ ਕਰਕੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਇੰਟਰਨੈਸ਼ਨਲ ਮਾਰਕੀਟ 'ਚ ਲੈ ਕੇ ਜਾਈਏ। ਅਤੇ ਜੋ ਵੀ ਅਸੀਂ ਅੱਜ ਦੀ ਘੜੀ ਮਿਲਟਸ 'ਤੇ ਕੰਮ ਕਰ ਰਹੇ ਹਾਂ, ਅਸੀਂ ਪ੍ਰੋਸੈਸਿੰਗ ਵੀ ਆਪਦੀ ਕਰ ਰਹੇ ਹਾਂ, ਉਹਦੀ ਬ੍ਰੈਂਡਿੰਗ ਵੀ ਆਪਦੀ ਕਰ ਰਹੇ ਹਾਂ। ਅਸੀਂ ਚਾਰ ਦੋਸਤਾਂ ਨੇ ਮਿਲ ਕੇ ਇੱਕ ਕੰਪਨੀ ਬਣਾਈ ਹੈ ਅਤੇ ਨਾਲ ਅਸੀਂ ਮਤਲਬ ਕਿ ਚੰਗੇ ਮਾਪਦੰਡਾਂ 'ਤੇ ਕੰਮ ਕਰ ਸਕੀਏ ਉਹਦੇ ਲਈ ਅਸੀਂ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਿਸ ਦਾ ਵੀ ਲਾਇਆ, ਆਪਣਾ ਜਿਹੜਾ ਸਰਟੀਫਿਕੇਸ਼ਨ ਕਰਾਈ ਹੈ। ਉਸ ਤੋਂ ਬਾਅਦ ਜਿਹੜੀ FSSAI ਦੀ ਫੂਡ ਸੇਫਟੀ ਸਟੈਂਡਰਡਸ ਅਥਾਰਟੀ ਆਫ ਇੰਡੀਆ ਦੀ ਹੈ ਜਿਹੜੀ ਉਹਦੇ ਦੇ ਨਾਲ ਵੀ ਅਸੀਂ ਸਾਡੇ ਲਾਇਸੈਂਸ ਨੇ ਉਹ 'ਤੇ ਇੱਕ ਮਿਨੀਮਮ ਰਿਕੁਆਇਰਮੈਂਟ ਹੈ ਜਦੋਂ ਤੁਸੀਂ ਫੂਡ ਹੈਂਡਲਿੰਗ ਦੇ ਵਿੱਚ ਆਉਂਦੇ ਹੋ ਉਹਦੇ ਵਿੱਚ ਵੀ ਸਾਡੀ ਟੀਮ ਨੇ ਕੰਮ ਕੀਤਾ। ਉਸ ਤੋਂ ਬਾਅਦ ਇੱਕ ਹੈਸਪ ਪਲਾਨ ਹੁੰਦਾ, ਹੈਜ਼ਰਟ ਐਨਾਲਿਸਿਸ ਕ੍ਰਿਟੀਕਲ ਕੰਟਰੋਲ ਪੁਆਇੰਟ, ਜਿਹੜਾ ਕਿ ਇੱਕ ਫੂਡ ਬਿਜ਼ਨਸ ਨੂੰ ਜੇ ਅਸੀਂ ਆਪਾਂ ਅੱਗੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅੰਤਰਰਾਸ਼ਟਰੀ ਮਾਰਕੀਟ 'ਚ ਲੈ ਕੇ ਜਾਣਾ ਉਹਦੇ ਲਈ ਇੱਕ ਬੜੀ ਮਤਲਬ ਕਿ ਗਲੋਬਲ ਮਾਨਤਾ ਉਹ ਸਰਟੀਫਿਕੇਸ਼ਨ ਦੀ, ਅਸੀਂ ਉਹਦੇ 'ਤੇ ਵੀ ਕੰਮ ਕੀਤਾ। ਉਸ ਤੋਂ ਬਾਅਦ ISO 22000 ਜਿਹੜਾ ਫੂਡ ਸੇਫਟੀ ਦਾ ਇੱਕ ਲਾਇਸੈਂਸਿੰਗ ਹੈ, ਅਸੀਂ ਉਹਦੇ ਵਿੱਚ ਵੀ ਸਾਡੀ ਟੀਮ ਨੇ ਮਿਲ ਕੇ ਕੰਮ ਕੀਤਾ ਅਤੇ ਸਾਰੇ ਮਾਪਦੰਡਾਂ ਨੂੰ ਇਕੱਠਾ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਕਿ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਸੀਂ ਆਪਣੇ ਪ੍ਰੋਡਕਟਸ ਨੂੰ ਲੈ ਕੇ ਜਾਈਏ। ਲੇਕਿਨ ਜਿਹੜੀ ਇੱਕ ਹੋਰ ਗੱਲ ਇਹਦੇ 'ਚ ਹੈ ਕਿ ਚਾਹੇ ਅਸੀਂ ਉਹ ਸਮਾਨ ਇੰਟਰਨੈਸ਼ਨਲ ਮਾਰਕੀਟ 'ਚ ਵੇਚਣਾ ਚਾਹੇ ਲੋਕਲ ਸਾਡੇ ਪਿੰਡ ਵੇਚਣਾ, ਅਸੀਂ ਮਾਪਦੰਡ ਸਾਰਿਆਂ ਲਈ ਬਰਾਬਰ ਰੱਖੇ ਨੇ ਅਤੇ ਸੇਮ ਹੀ ਪ੍ਰੋਡਕਟ ਜੋ ਅਸੀਂ ਇੰਟਰਨੈਸ਼ਨਲ ਮਾਰਕੀਟ ਲਈ ਤਿਆਰ ਕਰ ਰਹੇ ਉਹੀ ਅਸੀਂ ਲੋਕਲ ਮਾਰਕੀਟ ਲਈ ਵੀ ਰੱਖੇ ਨੇ। ਅਤੇ ਸੇਮ ਟਾਈਮ ਜਿਹੜਾ ਅੱਜ ਦੀ ਘੜੀ ਮਿਲਟਸ ਦੇ ਵਿੱਚ ਇੱਕ ਐਜ਼ ਏ ਕੰਜ਼ਿਊਮਰ ਬੜੀ ਮੁਸ਼ਕਿਲ ਦੀ ਗੱਲ ਹੈ ਕਿ ਇਹਨਾਂ ਨੂੰ ਕੁੱਕ ਕਿੱਦਾਂ ਕੀਤਾ ਜਾਵੇ ਅਤੇ ਇਹਦੀ ਹੈਂਡਲਿੰਗ ਦੀ ਪ੍ਰੋਬਲਮ ਹੈ। ਉਸ ਤੋਂ ਬਾਅਦ 25-30 ਦਿਨਾਂ ਬਾਅਦ ਜਦੋਂ ਇਹਦੀ ਡੀਹਸਕਿੰਗ ਹੋ ਜਾਂਦੀ ਹੈ 25-30 ਦਿਨਾਂ ਬਾਅਦ ਇਹਨਾਂ ਮਿਲਟਸ ਨੂੰ ਪੈਸਟ ਦੇ ਵਿੱਚ ਜਿਹੜਾ ਸੁਸਰੀ ਪੈ ਜਾਂਦੀ ਹੈ ਜਾਂ ਕੁਝ ਹੋਰ ਪ੍ਰੋਬਲਮਸ ਆ ਜਾਂਦੀਆਂ ਨੇ। ਉਸ ਲਈ ਉਹਨੂੰ ਮੈਨੇਜ ਕਰਨ ਲਈ ਅਸੀਂ ਰੈਡੀ ਟੂ ਕੁੱਕ ਜਿਹੜੇ ਮਿਲਟਸ ਨੇ ਉਹ ਲਾਂਚ ਕੀਤੇ ਨੇ ਆਪਣੇ ਇਲਾਕੇ ਦੇ ਵਿੱਚ, ਲਗਭਗ ਉੱਤਰ ਭਾਰਤ ਦੇ ਵਿੱਚ, ਜਾਂ ਮੈਂ ਉਹਦੇ 'ਚ ਰੀਕਾਲ ਨਹੀਂ ਕਰ ਸਕਦਾ ਕਿ ਸਾਰੇ ਭਾਰਤ ਵਿੱਚ, ਲੇਕਿਨ ਜਿਹੜੇ ਰੈਡੀ ਟੂ ਕੁੱਕ ਮਿਲਟਸ ਨੇ ਉਹਦੀ ਜਿਹੜੀ ਸ਼ੈਲਫ ਲਾਈਫ ਹੈ ਆਫਟਰ ਪ੍ਰੋਸੈਸਿੰਗ, ਚਾਹੇ ਖੁੱਲ੍ਹਾ ਰੱਖ ਲਈਏ ਉਹਨੂੰ ਕਿਸੇ ਭਾਂਡੇ ਵਿੱਚ, ਉਹ ਵੀ 1 ਸਾਲ ਤੱਕ ਉਹਦੀ ਸਪੋਇਲੇਜ ਕੋਈ ਨਹੀਂ ਹੈ। ਅਤੇ ਇਸ ਤਰ੍ਹਾਂ ਸਾਡੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰਨ ਲਈ। ਅਸੀਂ ਹੁਣੀ ਸਟੀਮ ਬੋਇਲਰ ਲਾਇਆ ਇੱਥੇ ਅਤੇ ਸਟੀਮ ਦੇ ਨਾਲ ਉਹਦੀ ਕੁਆਲਿਟੀ, ਟੈਕਸਚਰ ਅਤੇ ਅਰੋਮਾ ਇਹ ਸਾਰੀਆਂ ਚੀਜ਼ਾਂ ਇੰਪਰੂਵ ਹੁੰਦੀਆਂ ਨੇ। ਯੂਥ ਦੇ ਵਿੱਚ ਮੇਰੀ ਬੇਨਤੀ ਇਹ ਹੈ ਕਿ ਕਈ ਦਫਾ ਕੀ ਹੁੰਦਾ ਕਿ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਸਾਨੂੰ ਐਜ਼ ਅ ਕੋਆਪਰੇਟਿਵ ਫਾਰਮਿੰਗ ਕਰਨੀ ਚਾਹੀਦੀ ਹੈ। ਕੋਈ ਮਿੱਤਰ ਪਿਆਰਾ ਜਿਹੜਾ ਕਰਨਾ ਚਾਹੁੰਦਾ ਹੈ ਸ਼ਾਇਦ ਉਹ ਸਾਰੀ ਆਪਣੀ ਜਿਹੜੀ ਹੈ ਜ਼ਮੀਨ ਨੂੰ ਇੱਕਦਮ ਸਵਿਚ ਨਾ ਕਰ ਸਕੇ। ਉਹਦੇ ਵਿੱਚ ਕੀ ਹੈ ਕਿ 1-ਅੱਧੇ ਕਿੱਲੇ ਦੀ ਬਜਾਏ 5-7 ਮਿੱਤਰ ਇੱਕ ਕਿੱਲਾ ਇਕੱਠਾ ਕਰਕੇ ਐਜ਼ ਅ ਕੋਆਪਰੇਟਿਵ ਫਾਰਮਿੰਗ ਕਰ ਲੈਣ, ਜਿਹਦੇ ਨਾਲ ਕਿ ਉਹਨਾਂ ਦੇ ਰਿਸੋਰਸਿਸ ਵੀ ਵੰਡੇ ਜਾਣਗੇ ਅਤੇ ਲੋਸ ਦਾ ਜਿਹੜਾ ਵੀ ਕੋਈ ਉਹਨਾਂ ਨੂੰ ਰਿਸਕ ਹੁੰਦਾ ਉਹ ਵੀ ਰਿਸਕ ਵੀ ਮੈਨੇਜ ਹੋ ਜਾਏਗਾ। ਮੇਰੀ ਇਹ ਬੇਨਤੀ ਹੈ ਵੀ ਸਾਰਿਆਂ ਨੂੰ ਇਹਦੇ ਬਾਰੇ ਥੋੜ੍ਹਾ ਬਹੁਤਾ ਉਪਰਾਲਾ ਕਰਨਾ ਚਾਹੀਦਾ ਫॉर ਅ ਚੇਂਜ, ਵੀ ਇਹ ਆਪਣੇ ਪੰਜਾਬ ਲਈ, ਆਪਣੇ ਖਿੱਤੇ ਲਈ, ਪੰਜਾਬੀਅਤ ਲਈ, ਆਪਣੀ ਮਿੱਟੀ ਲਈ ਇੱਕ ਚੰਗਾ ਬਦਲਾਅ ਹੋ ਸਕਦਾ। ਸਾਨੂੰ ਇਸ ਦੇ ਵਿੱਚ 2-3 ਸਾਲ ਹੋ ਗਏ ਜਿਹੜਾ ਅਸੀਂ ਮਿਲਟ 'ਤੇ ਕੰਮ ਕਰ ਰਹੇ ਹਾਂਗੇ
ਸਭ ਤੋਂ ਪਹਿਲਾਂ ਅਸੀਂ ਮਿਲਟ ਦੀ ਖੇਤੀ ਦੇ ਉੱਤੋਂ ਕੰਮ ਸ਼ੁਰੂ ਕੀਤਾ ਹੈਗਾ। ਮਿਲਟ ਨੂੰ ਉਗਾਉਣ ਦਾ ਪ੍ਰੋਡਕਸ਼ਨ ਤੋਂ ਸ਼ੁਰੂ ਕਰਕੇ ਤੇ ਅਸੀਂ ਹੌਲੀ ਹੌਲੀ ਇਹਦਾ ਜਿਹੜਾ ਪ੍ਰੋਸੈਸਿੰਗ ਦਾ ਉਹਦੇ ਉੱਤੇ ਆਏ ਆਂਗੇ। ਪ੍ਰੋਸੈਸਿੰਗ ਦੀ ਯੂਨਿਟ ਹੈ ਜਿਹੜੀ ਉਹ ਪਿੰਡ ਦੇ ਵਿੱਚ ਹੀ ਅਸੀਂ ਨੇ ਇਹਨੂੰ ਪ੍ਰੈਫਰ ਕਰਿਆ ਲਾਉਣ ਦਾ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਭ ਤੋਂ ਮੇਨ ਸੀਗਾ, ਇਹਨੂੰ ਅਸੀਂ ਜਿਵੇਂ ਬਲਿਹਾਰੀ ਕੁਦਰਤ ਵਸਿਆ, ਅਸੀਂ ਕੁਦਰਤ ਦੇ ਨਾਲ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਸਮੇਂ-ਸਮੇਂ ਤੋਂ ਛੇੜਛਾੜ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਰਹੀ ਹੈ, ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਕੁਦਰਤ ਦੀ ਖੇਤੀ ਵੱਲ ਜਿਹੜਾ ਆਉਣ ਦਾ ਸਾਰਿਆਂ ਨੇ ਰਲ ਕੇ ਯੋਗਦਾਨ ਪਾਉਣ ਦਾ ਜਿੰਨਾ ਵੀ ਹੋ ਸਕਿਆ ਅਸੀਂ ਨੇ ਉਪਰਾਲਾ ਕੀਤਾ। ਸਭ ਤੋਂ ਪਹਿਲਾਂ ਜਿੱਦਾਂ ਮਿਲਟ ਦੇ ਵਿੱਚ ਹੀ ਆਪਾਂ ਦੇਖੀਏ ਵੀ ਜ਼ਿਆਦਾ ਕੋਈ ਜਿੱਦਾਂ ਦਵਾਈਆਂ ਦੀ ਵਰਤੋਂ ਆਪਾਂ ਕਹੀਏ, ਕੀਟਨਾਸ਼ਕ ਦਵਾਈਆਂ ਜਿੱਦਾਂ ਦੂਸਰੀਆਂ ਆਪਣਾ ਝੋਨਾ ਹੋ ਗਿਆ, ਕਣਕ ਹੋ ਗਈ, ਉਹਦੇ ਵਿੱਚ ਵੱਧ ਤੋਂ ਵੱਧ ਆਪਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਜਿਹੜੀ ਵਰਤੋਂ ਆਪਾਂ ਕਰ ਦਿਆਂਗੇ। ਅਤੇ ਇਸ ਦੇ ਨਾਲ ਨਾਲ ਜਿੱਦਾਂ ਹੁਣ ਮਿਲਟ 'ਤੇ ਅਸੀਂ ਕਰ ਰਹੇ ਹਾਂ, ਇਹਦੇ ਵਿੱਚ ਕੋਈ ਜ਼ਿਆਦਾ ਆਪਾਂ ਨੂੰ ਕੋਈ ਦਵਾਈਆਂ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਨਹੀਂ ਪੈਂਦੀ ਹੈਗੀ। ਕੁਦਰਤੀ ਖੇਤੀ ਹੈ, ਪਾਣੀ ਦਾ ਵੀ ਇਹਦੇ ਵਿੱਚ ਜਿੱਦਾਂ ਹੁਣ ਪਾਣੀ ਵੀ ਹੈ ਜਿਹੜਾ ਉਹ ਘੱਟ ਲੱਗਦਾ ਹੈਗਾ। ਸੋ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰਿਆਂ ਨੇ ਇਸ ਵੱਲ ਗਿਆਂਗੇ ਵੀ ਨਾਲ ਜਿਹੜਾ ਕੁਦਰਤ ਵੱਲ ਵੀ ਧਿਆਨ ਅਸੀਂ ਕਰ ਰਹੇ ਹਾਂ। ਅਤੇ ਨਾਲ ਨਾਲ ਜਿਹੜਾ ਜਿੱਦਾਂ ਹੁਣ ਆਪਾਂ ਰਸੋਈ ਤੋਂ ਸ਼ੁਰੂ ਕਰੀਏ, ਜਿਹੜਾ ਸਾਡਾ ਖਾਣ ਪੀਣ ਹੈ ਉਹ ਇੰਨਾ ਕੋਈ ਚੰਗਾ ਨਹੀਂ ਰਿਹਾ। ਹਰੇਕ ਚੀਜ਼ ਦੇ ਵਿੱਚ ਜ਼ਹਿਰਾਂ ਅਤੇ ਖਾਣ ਪੀਣਾ ਜਿਹੜਾ ਉਹ ਸਹੀ ਨਹੀਂ ਹੈਗਾ। ਅਤੇ ਇਸ ਦੇ ਨਾਲ ਨਾਲ ਜੇ ਆਪਾਂ ਰਸੋਈ ਦੀਆਂ ਵਸਤੂਆਂ ਨੂੰ ਆਪਾਂ ਦੇਖੀਏ, ਹਰੇਕ ਚੀਜ਼ ਜਿੱਦਾਂ ਵੀ ਕੋਈ ਹਲਦੀ ਤੋਂ ਲੈ ਕੇ ਜੋ ਵੀ ਅਸੀਂ ਚੀਜ਼ਾਂ ਰਸੋਈ ਦੇ ਵਿੱਚ ਵਰਤਦੇ ਹਾਂ, ਉਹ ਜ਼ਿਆਦਾਤਰ ਕੀਟਨਾਸ਼ਕ ਨੇ ਉਹਦੇ ਵਿੱਚ। ਜਿਵੇਂ ਸ਼ੱਕਰ ਹੋ ਗਈ, ਚੀਨੀ ਦਾ ਹੋ ਗਿਆ, ਹਰੇਕ ਚੀਜ਼ ਦੇ ਵਿੱਚ ਲਾ ਲਓ ਵੀ ਦਵਾਈਆਂ ਦੀ ਵਰਤੋਂ ਆ। ਅਤੇ ਉਸ ਨੂੰ ਮੁੱਖ ਰੱਖ ਕੇ ਅਸੀਂ ਜਿੰਨਾ ਵੀ ਹੋ ਸਕਦਾ ਮੈਂ ਗੁਜ਼ਾਰਿਸ਼ ਕਰੂੰਗਾ ਜਿਹੜੇ ਵੀ ਮੇਰੇ ਸਰੋਤੇ ਸੁਣਨ ਵਾਲੇ ਨੇ ਵੀ ਜੇ ਹੋ ਸਕਦਾ ਅਸੀਂ ਆਪਣੀ ਰਸੋਈ ਤੋਂ ਸ਼ੁਰੂ ਕਰੀਏ। ਜਿੰਨਾ ਵੀ ਅਸੀਂ ਰਸੋਈ ਦੇ ਵਿੱਚ ਜੋ ਵੀ ਸਾਧਨ ਵਰਤਦੇ ਹਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ, ਵੀ ਉਸ ਨੂੰ ਵੱਧ ਤੋਂ ਵੱਧ ਜ਼ਹਿਰੀਲੇ ਮੁਕਤ ਜਿਹੜਾ ਉਹ ਅਸੀਂ ਵਰਤੀਏ। ਆਪਦੇ ਖੇਤ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਖੇਤੀ ਆ ਉਹ ਆਪਣਾ ਕੀਟਨਾਸ਼ਕ ਤੋਂ ਰਹਿਤ ਕਰੀਏ। ਅਤੇ ਇਸ ਦੇ ਨਾਲ ਹੀ ਜੋ ਮਿਲਟ ਦੇ ਉੱਤੇ ਵੀ ਅਸੀਂ ਕਰ ਰਹੇ ਹਾਂ, ਇਹਦੇ ਉੱਤੇ ਕੋਈ ਰੇਹ ਨਹੀਂ, ਸਪਰੇਅ ਨਹੀਂ, ਕੁਛ ਨਹੀਂ ਹੈਗਾ, ਕੁਦਰਤੀ ਖੇਤੀ ਹੈ। ਸੋ ਵੱਧ ਤੋਂ ਵੱਧ ਮੈਂ ਗੁਜ਼ਾਰਿਸ਼ ਕਰੂੰਗਾ ਵੀ ਅਸੀਂ ਜਿਹੜਾ ਫਸਲੀ ਚੱਕਰਾਂ ਦੇ ਵਿੱਚੋਂ ਨਿਕਲ ਕੇ ਮਿਲਟ ਦੀ ਖੇਤੀ ਵੱਲ ਥੋੜ੍ਹਾ ਜਿਹਾ ਵੱਧ ਤੋਂ ਵੱਧ ਮੇਰੇ ਨੌਜਵਾਨ ਵੀਰ ਇੱਧਰ ਆਉਣ। ਇਸ ਤਾਂ ਪੰਜਾਬ ਦੇ ਵਿੱਚ ਹੁਣ ਸਾਨੂੰ ਵੀ ਬਹੁਤ ਫੋਨ ਆਉਂਦੇ ਨੇ ਵੀ ਅਸੀਂ ਨੇ ਨਵੀਂ ਵੀ ਕੋਦਰੇ ਦੀ ਬਿਜਾਈ ਕਰਨੀ ਆ ਜਾਂ ਨਵੀਆਂ ਫਸਲਾਂ ਜਿਹੜੀਆਂ ਇਹਦੇ ਵਿੱਚ ਕੋਦਰਾ, ਕੰਗਣੀ, ਹਰੀ ਕੰਗਣੀ, ਕੁਟਕੀ, ਸਵਾਂਕ, 5 ਤਰ੍ਹਾਂ ਦੇ ਜਿਹੜੇ ਮਿਲਟ ਨੇ, ਰਾਗੀ ਆ ਜਾਂਦੀ ਹੈ 6ਵੀਂ, ਅਤੇ ਵੀ ਅਸੀਂ ਵੀ ਉਗਾਉਣੀ ਹੈ। ਅਤੇ ਬਹੁਤ ਮਨ ਖੁਸ਼ ਹੁੰਦਾ ਹੈਗਾ। ਅਤੇ ਬੀਜ ਦਾ ਵੀ ਉਹਨਾਂ ਨੂੰ ਅਸੀਂ ਪ੍ਰਬੰਧ ਕਰਕੇ ਦਿੰਦੇ ਹਾਂ ਬੀਜਣ ਦਾ, ਹੈ ਨਾ, ਜਿੰਨਾ ਕੁ ਹੋ ਸਕਦਾ ਅਸੀਂ ਫ੍ਰੀ ਵੀ ਜਿਹੜਾ ਬੀਜ ਆ ਉਹ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਅਸੀਂ ਜਿੰਨਾ ਕੁ ਹੋ ਸਕਦਾ ਬੀਜ ਦੀ ਵੀ ਉਹਨਾਂ ਨੂੰ ਮੁਹੱਈਆ ਕਰਕੇ ਦਿੰਦੇ ਹਾਂ। ਸੋ ਇਸ ਦੇ ਨਾਲ ਨਾਲ ਮੈਂ ਆਪਣੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮੇਰੇ ਵੀਰ ਕੁਦਰਤ ਨੂੰ ਦੇ ਨਾਲ ਵੀ ਜਿਹੜੀ ਆਪਾਂ ਛੇੜਛਾੜ ਉਹ ਘੱਟ ਕਰੀਏ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਥੋੜ੍ਹਾ ਜਿਹਾ ਆਪਾਂ ਸਿਹਤ ਪੱਖੋਂ ਅਤੇ ਕਿਉਂਕਿ ਤੰਦਰੁਸਤ, ਜੇ ਆਪਣਾ ਸਰੀਰ ਹੀ ਤੰਦਰੁਸਤ ਹੈਗਾ ਤਾਂ ਆਪਾਂ ਤਾਂ ਹੀ ਕੁਛ ਕਰ ਸਕਦੇ ਹਾਂ। ਅੰਤਰਰਾਸ਼ਟਰੀ ਪੱਧਰ ਤੇ ਇਹ ਸਾਲ ਭਾਵੇਂ ਕਿ ਮਿਲਟਸ ਦੀ ਖੇਤੀ ਨੂੰ ਸਮਰਪਿਤ ਕੀਤਾ ਗਿਆ ਹੈ, ਪਰ ਅੱਜ ਸਾਨੂੰ ਪੰਜਾਬ ਵਿੱਚ ਡਿੱਗਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਭੌਂ ਦੀ ਉਪਜਾਊ ਸ਼ਕਤੀ ਨੂੰ ਮੁੜ ਸੁਰਜੀਤ ਕਰਨ ਲਈ ਇਹਨਾਂ ਫਸਲਾਂ ਦੀ ਖੇਤੀ ਵੱਲ ਮੁੜ ਧਿਆਨ ਦੇਣ ਦੀ ਲੋੜ ਹੈ। ਮੌਕੇ ਦੀਆਂ ਸਰਕਾਰਾਂ ਨੂੰ ਜਿੱਥੇ ਕਿਸਾਨਾਂ ਲਈ ਇਹਨਾਂ ਫਸਲਾਂ ਦੀ ਕਾਸ਼ਤਕਾਰੀ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਸਕੀਮਾਂ ਬਣਾਉਣ ਦੀ ਜ਼ਰੂਰਤ ਹੈ, ਉੱਥੇ ਸਾਡੇ ਖੇਤੀ ਸਾਇੰਸਦਾਨਾਂ ਨੂੰ ਵੀ ਅਜਿਹੀਆਂ ਕਿਸਮਾਂ ਅਤੇ ਤਕਨੀਕਾਂ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਕਿ ਇਹਨਾਂ ਫਸਲਾਂ ਦਾ ਝਾੜ ਅਤੇ ਨਿਰੋਲ ਆਮਦਨ दूजियां सौनी दुधिया फसलों के बराबर हो सके। मधु क्रांति, एक नए युग का आगाज। मधु क्रांति विकास के नए रास्ते खोल रही है, मधुमक्खी पालकों के जीवन स्तर को बेहतर बना रही है, साथ ही पूरी दुनिया में शहद के क्षेत्र में भारत को एक नई पहचान दिला रही है।
भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है। माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए हैं। किसान तरक्की की राह पर आगे बढ़ रहे हैं। अगर कोई सक्सेस स्टोरी मीठी मुस्कान भी बिखेरे और स्वाद में भी मिठास भरे, तब तो आप इसे जरूर सोने पर सुहागा कहेंगे। हमारे किसान इन दिनों शहद के उत्पादन में ऐसा ही कमाल कर रहे हैं। शहद की मिठास हमारे किसानों का जीवन भी बदल रही है, उनकी आय भी बढ़ा रही है। मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूं तो भारत में लंबे समय से लोग मधुमक्खी पालन का काम पारंपरिक तरीकों से करते आ रहे हैं, लेकिन आज के समय में इस क्षेत्र में अपार संभावनाएं भी हैं और जरूरत भी है। मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस। इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई। उद्देश्य स्पष्ट था, मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना। मधुमक्खी पालन से मिलने वाले उत्पाद जैसे शहद, बी वैक्स, रॉयल जेली और पॉलन आदि कई क्षेत्रों में प्रयोग किए जाते हैं। माननीय प्रधानमंत्री जी के प्रोत्साहन से और कृषि मंत्री जी के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है। न केवल ये देश के किसानों के लिए आय बढ़ाने का एक साधन बना है, बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है। 2013-14 से 2021-22 तक शहद का उत्पादन 76,000 मीट्रिक टन से बढ़कर 2021-22 में 1,33,000 मीट्रिक टन से अधिक हुआ। शहद का निर्यात 28,000 मीट्रिक टन से बढ़कर 74,000 मीट्रिक टन से अधिक हुआ। 3 विश्व स्तरीय अत्याधुनिक टेस्टिंग लैब और 31 मिनी शहद टेस्टिंग लैब स्थापित हुई। राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे, कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया, 2 बॉक्स से शुरू किया और आज हमारे पास लगभग 4,200 बी बॉक्सेस हैं। लगभग 17 तरह के हनी हम लोग प्रोड्यूस करते हैं, जो डिफरेंट एरियाज़ में बी को माइग्रेट करके प्राप्त होते हैं। इसके अलावा जितने बी बॉक्सेस मैन्युफैक्चरिंग यूनिट है हमारे पास, वैक्सीट मैन्युफैक्चरिंग यूनिट है, 20 मीट्रिक टन पर डे का हनी प्रोसेसिंग प्लांट है। आज हमारा जो उत्पादन है वो 1 लाख केजी लगभग एनुअली हम लोग प्रोड्यूस करते हैं। यमुनानगर के सुभाष काम्बोज मधुमक्खी पालन के अपने काम के चलते आज देश भर में जाने जा रहे हैं। सुभाष जी ने वैज्ञानिक तरीके से मधुमक्खी पालन का प्रशिक्षण लिया। इसके बाद उन्होंने केवल 6 बॉक्स के साथ अपना काम शुरू किया था। मैंने सिर्फ अपने पोलिनेशन के लिए और शहद खाने के पर्पज से ये बॉक्स रखे थे। जब मैंने देखा कि मधुमक्खियां भी बढ़ रही हैं और हमें शहद भी मिल रहा है, तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ। ज्यादा से ज्यादा लोग इस मिशन का हिस्सा बन रहे हैं। इतना ही नहीं, ये मिशन नारी शक्ति को और अधिक सशक्त बनाने में भी बड़ा योगदान दे रहा है। अभी तक महिलाओं के 164 स्वयं सहायता समूहों को इससे जोड़ा जा चुका है। इसी तरह मधु क्रांति पोर्टल पर अभी तक लगभग 13,000 से अधिक मधुमक्खी पालक और 21 लाख मधुमक्खियों की कॉलोनीज रजिस्टर हो चुकी हैं। आज भारत प्राकृतिक शहद का 6ठा सबसे बड़ा निर्यातक है। भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है। मधु क्रांति आय और रोजगार के अवसर बढ़ाए।